ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਬੜੇ ਹੀ ਵੱਡੇ ਕਰਮਾਂ ਦੇ ਨਾਲ ਇਹ ਸਮਾਂ ਪ੍ਰਾਪਤ ਹੁੰਦਾ ਹੈ ਤੇ ਅਸੀਂ ਰਲ ਮਿਲ ਕੇ ਗੁਰਮਤਿ ਦੀਆਂ ਵਿਚਾਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਕਈ ਵਾਰ ਮਨ ਵਿੱਚ ਇਹ ਵੀ ਖਿਆਲ ਆਉਂਦਾ ਕਿ ਜਦੋਂ ਵੀ ਗੁਰਮਤਿ ਦੀ ਕਲਾਸ ਹੁੰਦੀ ਹੈ ਤੇ ਕਈ ਵਾਰ ਬਹੁਤ ਥੋੜੀ ਸੰਗਤ ਹੁੰਦੀ ਹੈ, ਪਰ ਗੁਰੂ ਸਾਹਿਬ ਦਾ ਜਦੋਂ ਪ੍ਰਮਾਣ ਪੜ੍ਹੀਦਾ, ਨਾ ਹੈਨ ਵਿਰਲੇ ਨਾ ਹੀ ਘਣੇ ਫੈਲ ਪਕੜ ਸੰਸਾਰ। ਤੇ ਭਾਈ ਹੈ ਸਹੀ ਨੇ, ਪਰ ਵਿਰਲੇ ਵਿਰਲੇ ਨੇ ਉਹਦੇ ਨਾਮ ਜਪਣ ਨੂੰ। ਅਸੀਂ ਪੜ੍ਹਦੇ ਹੁੰਦੇ ਸਨ ਨਾ ਛੋਟੇ ਛੋਟੇ ਹੁੰਦੇ ਕਿ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ। ਕੋਈ ਵਿਰਲਾ ਹੀ ਮਨੁੱਖ ਜਿਹੜਾ ਵਾ ਉਹ ਤੇਰੇ ਨਾਮ ਦਾ ਵਪਾਰੀ ਜਿਹੜਾ ਵਾ ਉਹ ਬਣ ਕੇ ਇਸ ਕਲਯੁਗ ਦੇ ਵਿੱਚ ਉਹ ਨਿਤਰਦਾ ਹੈ। ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਜਿਨ੍ਹਾਂ ਨੇ ਅੱਜ ਦੀ ਕਲਾਸ ਵਿੱਚ ਜੁੜ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਬੜੇ ਉਤਸ਼ਾਹ ਦੇ ਨਾਲ ਜਿਨ੍ਹਾਂ ਦੇ ਪ੍ਰਕਾਸ਼ ਨੂੰ ਅਸੀਂ ਹਰ ਗੁਰੂ ਕੇ ਪਿਆਰੇ ਮਾਈ ਭਾਈ ਸਿੱਖ ਸੰਗਤ ਨੇ ਜਿਹੜਾ ਵਾ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ, ਅਸੀਂ ਵੀ ਮਨਾ ਰਹੇ ਹਾਂ। ਪਰ ਸਾਡਾ ਨਿਵੇਕਲਾ ਕਾਰਜ ਇਹ ਹੈ ਕਿ ਅਸੀਂ ਜਿੱਥੇ ਗੁਰ ਇਤਿਹਾਸ ਦੀ ਕਥਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਵਣ ਕਰਦੇ ਹਾਂ, ਜਿੱਥੇ ਅਸੀਂ ਗੁਰਬਾਣੀ ਅੰਮ੍ਰਿਤ ਬਾਣੀ ਜਿਹੜੀ ਆ ਉਹਦੀ ਵਿਚਾਰ ਸਰਵਣ ਕਰਦੇ ਹਾਂ, ਉੱਥੇ ਨਾਲ ਨਾਲ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਹੈ ਉਹ ਵਿਚਾਰ ਰਹੇ ਹਾਂ। ਤੇ ਸਾਰੀ ਸੰਗਤ ਵਡਭਾਗੀ ਹੈ ਜਿਨ੍ਹਾਂ ਨੇ ਪਿਛਲੇਰੇ ਦਿਨਾਂ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਵਾਰਾਂ ਦੇ ਵਿੱਚੋਂ ਪਹਿਲੀ ਵਾਰ ਦੇ ਰਾਹੀਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਉੱਤੇ ਜਿਹੜੀ ਉਹ ਝਾਤ ਪਾਈ ਹੈ। ਕੱਲ ਤੱਕ ਅਸੀਂ ਜਿਹੜਾ ਵਾ ਉਹ ਵਿਚਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਸੀ ਉਹ ਵਿਚਾਰਿਆ ਏ ਕਿ ਭਾਈ ਗੁਰਦਾਸ ਜੀ ਸਾਨੂੰ ਜਿਹੜਾ ਵਾ ਇਸ ਵਾਰ ਦੇ ਰਾਹੀਂ ਜਿਹੜੀਆਂ ਪੌੜੀਆਂ ਨੇ, ਇੱਕ ਇੱਕ ਪੌੜੀ ਅਸੀਂ ਅੱਗੇ ਚੱਲਦੇ ਜਾਂਦੇ ਹਾਂ ਸਤਿਨਾਮ ਤੋਂ ਲੈ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਤੱਕ। ਕਿਉਂਕਿ ਮੈਂ ਇਹ ਤਾਂ ਬਚਨ ਆਖਿਆ, ਭਾਈ ਗੁਰਦਾਸ ਜੀ ਨੇ ਆਰੰਭਤਾ ਵਿੱਚ ਜ਼ਿਕਰ ਕੀਤਾ ਹੈ ਕਿ ਨਮਸਕਾਰ ਗੁਰਦੇਵ ਕਉ ਸਤਿਨਾਮ ਜਿਸ ਮੰਤਰ ਸੁਣਾਇਆ, ਭਉਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ, ਜਨਮ ਮਰਨ ਭਉ ਕੱਟਿਆ ਸੰਸਾਰ ਸੋਗ ਵਿਜੋਗ ਮਿਟਾਇਆ। ਇਹ ਭਾਈ ਗੁਰਦਾਸ ਜੀ ਦੀ ਇਸ ਵਾਰ ਦਾ ਜਿਹੜਾ ਵਾ ਉਹ ਸਭ ਤੋਂ ਪਹਿਲੀ ਪੌੜੀ ਹੈ, ਜਿਸ ਵਿੱਚ ਭਾਈ ਗੁਰਦਾਸ ਜੀ ਨੇ ਜਿਹੜਾ ਵਾ ਉਹ ਨਮਸਕਾਰ ਕੀਤੀ ਹੈ। ਤੇ ਗੁਰੂ ਸਾਹਿਬ ਦੇ ਬਾਬਤ ਇਹ ਲਿਖਿਆ ਹੈ ਕਿ ਜਿਹੜਾ ਵੀ ਗੁਰੂ ਦੇ ਚਰਨਾਂ ਵਿੱਚ ਜਾ ਜਾਂਦਾ ਹੈ, ਜਿਹੜਾ ਵੀ ਗੁਰੂ ਦੇ ਚਰਨਾਂ ਵਿੱਚ ਆਣ ਕੇ ਜਿਹੋ ਜਿਹੀ ਮੁਰਾਦ ਮੰਗਦਾ ਹੈ ਉਹੋ ਜਿਹਾ ਹੀ ਉਹਨੂੰ ਮਿਲਦਾ ਹੈ। ਜਿਹਾ ਬੀਓ ਤੇਹਾ ਫਲ ਪਾਇਆ, ਕਿ ਜਿਹੋ ਜਿਹਾ ਉਹ ਬੀਜਦਾ ਹੈ ਉਹੋ ਜਿਹਾ ਫਿਰ ਉਹਨੂੰ ਫਲ ਜਿਹੜਾ ਵਾ ਉਹ ਪ੍ਰਾਪਤ ਹੋ ਜਾਂਦਾ ਹੈ। ਸੋ ਅੱਜ ਅਸੀਂ ਵਿਚਾਰਨ ਦਾ ਯਤਨ ਕਰਾਂਗੇ ਕਿ ਭਾਈ ਗੁਰਦਾਸ ਜੀ ਜੋ ਅੱਜ ਪੌੜੀ ਦੇ ਅੰਦਰ ਜ਼ਿਕਰ ਕਰਦੇ ਨੇ ਸਤਿਨਾਮ ਦਾ ਪ੍ਰਤਾਪ, ਇਹ 43ਵੀਂ ਨੰਬਰ ਪੌੜੀ ਹੈ। ਮੈਂ ਆਪ ਜੀ ਨੂੰ ਪਿਛਲੇਰੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ 2 ਅਗਲੇਰੀਆਂ ਪੌੜੀਆਂ ਨੇ, ਉਪਰੰਤ ਅਖੀਰਲੀ ਇਹ 43 ਤੇ 44 ਨੰਬਰ ਜਿਹੜੀ ਪੌੜੀ ਹੈ, ਇਸ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪ੍ਰਚਾਰਕ ਤੇਰੀ ਬਾਬਤ ਲਿਖਿਆ ਹੈ। ਤੇ 45 ਨੰਬਰ ਜਿਹੜੀ ਪੌੜੀ ਹੈ 45 ਨੰਬਰ, ਉਹਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਖੀਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਲਹਿਣੇ ਦੇ ਜੀਵਨ ਨੂੰ ਤੱਕਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾ ਕੇ ਤੇ ਉਹਨਾਂ ਨੂੰ ਗੁਰਤਾ ਗੱਦੀ ਦਿੰਦੇ ਨੇ। ਸੋ ਆਪਾਂ ਅੱਜ ਇਸ 43 ਨੰਬਰ ਪੌੜੀ ਦੀ ਵਿਚਾਰ ਕਰਨੀ ਹੈ। ਭਾਈ ਗੁਰਦਾਸ ਜੀ ਜੋ ਇਸ ਵਿੱਚ ਲਿਖਦੇ ਨੇ ਕਿ ਸਤਿਨਾਮ ਦਾ ਪ੍ਰਤਾਪ ਜਿਹੜਾ ਹੈ
क्योंकि परमात्मा का नाम ही सਦੀवी है, होंद वाला है। ਜਿਹੜਾ ਵੀ ਉਹਦੇ ਨਾਮ ਨੂੰ ਸਿਮਰਦਾ ਹੈ, ਜਿਹੜਾ ਵੀ ਉਹਦੇ ਨਾਮ ਦੀ ਵਡਿਆਈ ਕਰਦਾ ਹੈ ਭਾਈ, ਉਹ ਧਰਤੀ ਦੇ ਉੱਤੇ ਪਰਮਾਤਮਾ ਨੂੰ ਜਿਹੜਾ ਵਾ, ਜਿਸ ਤਰ੍ਹਾਂ ਪਰਮਾਤਮਾ ਦਾ ਨਾਮ ਸਤ ਹੈ, ਇਸੇ ਤਰ੍ਹਾਂ ਹੀ ਉਹਦਾ ਵੀ ਨਾਮ ਸਦੀਵੀ ਹੋ ਜਾਂਦਾ ਹੈ। ਇਸ ਕਰਕੇ ਅੱਜ ਅਸੀਂ ਵਿਚਾਰ ਕਰਨੀ ਹੈ। ਸਭ ਤੋਂ ਪਹਿਲਾਂ ਮੈਂ ਆਪ ਜੀ ਦੀ ਸਕਰੀਨ ਉੱਤੇ ਜੋ ਅੱਜ ਦੀ ਪੌੜੀ ਹੈ ਉਹ ਮੈਂ ਸ਼ੇਅਰ ਕਰਾਂਗਾ, ਤੇ ਫਿਰ ਅਸੀਂ ਨਾਲ ਨਾਲ ਇਹਦੀ ਵਿਚਾਰ ਕਰਾਂਗੇ। ਪਹਿਲਾਂ ਇਸ ਪੌੜੀ ਦਾ ਮੂਲ ਪਾਠ ਕਰੀਏ ਜੀ। ਸਾਰੀ ਸੰਗਤ ਇੱਕ ਵਾਰ ਇਸ ਪੌੜੀ ਦਾ ਮੂਲ ਪਾਠ ਕਰਨ ਤੋਂ ਪਹਿਲਾਂ ਗੁਰਫਤਿਹ ਨਾਲ ਸਾਂਝ ਬਣਾਓ ਜੀ। ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੋਲੇ ਨਾਥ ਜੀ, ਸ਼ਬਦ ਸੁਨਹੁ ਸਚ ਮੁਖਹੁ ਅਲਾਈ, ਬਾਝੋਂ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾਹੀ। ਬਸਤਰ ਪਹਿਰੋ ਅਗਨ ਕੈ, ਬਰਫ ਹਿਮਾਲੇ ਮੰਦਰ ਛਾਈ, ਕਰਮ ਰਸੋਈ ਸਾਰ ਕੀ, ਸਗਲੀ ਧਰਤੀ ਨੱਥ ਚਲਾਈ। ਏਵਡ ਕਰੀ ਵੇ ਥਾਰ ਕੋ, ਸਗਲੀ ਧਰਤੀ ਹੱਕੀ ਜਾਈ, ਤੋਲੀ ਤਰਤ ਆਕਾਸ ਦੋਏ, ਪਿੱਛੇ ਛਾਬੇ ਟੰਕ ਚੜਾਈ। ਇਹ ਬਲ ਰੱਖਾ ਆਪ ਵਿੱਚ, ਜਿਸ ਆਖਾਂ ਤਿਸ ਪਾਸ ਕਰਾਈ, ਸਤਿਨਾਮ ਬਿਨ ਬਾਦਰਸ਼ਾਈ। ਸੋ ਇਹ ਭਾਈ ਗੁਰਦਾਸ ਜੀ ਨੇ ਪਾਵਨ ਪੌੜੀ ਉਚਾਰਨ ਕੀਤੀ ਹੈ, ਤੇ ਇਸ ਵਿੱਚ ਜਿਹੜਾ ਵਾ ਫਿਰ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਸਤਿਨਾਮ ਦਾ ਪ੍ਰਤਾਪ ਹੈ। ਭਾਵ ਪਰਮਾਤਮਾ ਦਾ ਨਾਮ ਹੀ ਸਦੀਵੀ ਹੈ। ਪਰਮਾਤਮਾ ਦਾ ਨਾਮ ਹੀ ਜਿਹੜਾ ਉਹ ਸਦਾ ਕਾਇਮ ਰਹਿਣ ਵਾਲਾ ਹੈ। ਬਾਕੀ ਸਾਰਾ ਜਿਹੜਾ ਪਸਾਰਾ ਪਸਰਿਆ ਹੋਇਆ ਨਾ, ਉਹ ਸਾਰਾ ਮਿਟਣਹਾਰ ਹੈ। ਤੇ ਜਿਹੜਾ ਮਨੁੱਖ ਵੀ ਸਤਿਨਾਮ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਵੀ ਮਨੁੱਖ ਸਦਾ ਸਤਿਨਾਮ ਜਿਹੜਾ ਵਾ ਉਹ ਜਪਦਾ ਹੈ ਭਾਈ, ਉਹ ਇਸ ਧਰਤੀ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਆਦਿ ਪੁਰਖ ਅਨਭੈ ਅਨੰਤ ਗੁਰ ਅੰਤ ਨਾ ਪਾਈਐ, ਅਪਰ ਅਪਾਰ ਅਗੰਮ ਆਦ ਜਿਸ ਲਖਿਆ ਨਾ ਜਾਈਐ, ਅਮਰ ਅਜਾਤੀ ਸਤਿਨਾਮ ਸਦ ਸਦਾ ਧਿਆਈਐ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨੂੰ ਸਦਾ ਧਿਆਉਣਾ ਚਾਹੀਦਾ ਹੈ, ਕਿਉਂਕਿ ਸੱਚਾ ਸਾਹਿਬ ਸੇਵੀ ਹੈ, ਮਨ ਚਿੰਦਿਆ ਪਾਈਐ, ਅਨੇਕ ਰੂਪ ਧਰ ਪ੍ਰਗਟਿਆ ਹੈ ਏਕ ਅਕੇਲਾ। ਤੇ ਗੁਰੂ ਸਾਹਿਬ ਮਾਫ ਕਰਨਾ, ਭਾਈ ਗੁਰਦਾਸ ਜੀ ਦੀ ਪੌੜੀ ਹੈ, ਮਾਫ ਕਰਨਾ, ਮੈਂ ਪੜ੍ਹਦਿਆਂ ਅਖੀਰ ਉੱਤੇ ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ ਨਾ, ਕਹਿੰਦੇ ਕਿ ਸੱਚਾ ਨਾਮ ਹੀ ਜਿਹੜਾ ਵਾ ਉਹ ਪ੍ਰਗਟ ਹੋਇਆ ਹੈ, ਤੇ ਸੱਚਾ ਨਾਮ ਹੀ ਇਸ ਧਰਤੀ ਤੇ ਪਸਰਿਆ ਹੋਇਆ ਹੈ। ਤੇ ਜਿਹੜਾ ਮਨੁੱਖ ਵੀ ਅਨੇਕ ਰੂਪ ਧਰ ਪ੍ਰਗਟਿਆ ਹੈ ਇੱਕ ਅਕੇਲਾ, ਅਨੇਕਾਂ ਰੂਪ ਵੀ ਉਹਦੇ ਨੇ। ਕੋਈ ਉਹਨੂੰ ਰਾਮ ਕਹਿ ਕੇ ਬੋਲਦਾ, ਕੋਈ ਉਹਨੂੰ ਰਹੀਮ ਕਹਿ ਕੇ, ਕੋਈ ਕਰੀਮ ਕਹਿ ਕੇ, ਵੱਖ-ਵੱਖ ਨਾਵਾਂ ਦੇ ਨਾਲ ਜਿਹੜਾ ਵਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ, ਉਹਦੀ ਸਿਮਰਨ ਕੀਤਾ ਜਾਂਦਾ ਹੈ, ਉਹਨੂੰ ਵਡਿਆਇਆ ਜਾਂਦਾ ਹੈ। ਪਰ ਹੈ ਉਹ ਇੱਕ ਹੀ ਹੈ। ਤੇ ਜਿਹੜਾ ਮਨੁੱਖ ਉਸ ਇੱਕ ਨੂੰ ਸੇਵਦਾ ਹੈ ਨਾ ਭਾਈ, ਇੱਕ ਦੀ ਵਡਿਆਈ ਸੁਣਦਾ ਹੈ, ਇੱਕ ਦੀ ਵਡਿਆਈ ਜਿਹੜੀ ਆ ਉਹ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ ਭਾਈ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਇਹ ਭਾਈ ਸਦਾ ਉਸ ਸਤਿਨਾਮ ਨੂੰ ਜਿਹੜਾ ਵਾ ਜਪ, ਉਹਦੀ ਪਛਾਣ ਕਰ। ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਇਹ ਬਖਸ਼ਿਸ਼ ਕਰਦੇ ਨੇ ਕਿ ਜੈ ਸਭ ਭੇਦ ਸਾਧ ਕੂ ਜਾਣੈ, ਸਤਿਨਾਮ ਕੋ ਤਤ ਪਛਾਨੈ, ਜੋ ਸਾਧਕ ਜਾਂ ਕੋ ਲਖ ਪਾਵੈ, ਜਨਨੀ ਜਠਰ ਬਹੁਰ ਨ ਆਵੇ। ਉਹ ਫਿਰ ਜਨਮ ਮਰਨ ਦੇ ਗੇੜ ਤੋਂ ਜਿਹੜਾ ਵਾ ਮੁਕਤ ਹੋ ਜਾਂਦਾ ਹੈ, ਉਹਨੂੰ ਜਨਮ ਮਰਨ ਦੇ ਗੇੜ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਕਰਕੇ ਉਹਦੀ
ਨਾਮ ਨੂੰ ਸਿਮਰ, ਨਾਮ ਨੂੰ ਜਪ। ਦੂਸਰੀ ਗੱਲ ਇਹ ਹੈ ਕਿ ਗੁਰੂ ਸਾਹਿਬ ਜਿਹੜੇ ਉਹ ਬਖਸ਼ਿਸ਼ ਕਰਦੇ ਨੇ ਕਿ ਇਸ ਸਤਿਨਾਮ ਨੂੰ ਪਛਾਣਨਾ ਕਿੱਦਾਂ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਸਤ ਰੂਪ ਸਤਿਨਾਮ, ਸਤਿਗੁਰ ਗਿਆਨ ਧਿਆਨ, ਏਕ ਹੀ ਅਨੇਕ ਮੇਕ, ਏਕ ਭੇਖ ਭੇਖੀ ਹੈ। ਜਿਹੜਾ ਸਤਿਨਾਮ ਹੈ ਇਹਨਾਂ ਨੂੰ ਸਦਾ ਜਪਣਾ ਚਾਹੀਦਾ ਹੈ ਉਹ ਇੱਕ ਹੀ ਹੈ, ਪਰ ਸਤਿਗੁਰੂ ਤੋਂ ਬਗੈਰ ਉਹ ਮਿਲਦਾ ਨਹੀਂ। ਇਸ ਕਰਕੇ ਉਹਦਾ ਸਿਮਰਨ ਕਰ, ਉਹਦੀ ਬੰਦਗੀ ਕਰ। ਇਹੀ ਦ੍ਰਿੜ ਕਰਾਉਣ ਵਾਸਤੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਚਲ ਬਟਾਲੇ ਦੀ ਧਰਤੀ ਤੇ ਆਏ ਸਨ। ਤੇ ਅਚਲ ਬਟਾਲੇ ਆਣ ਕੇ ਕੀ ਦੇਖਦੇ ਨੇ ਕਿ ਜਿਹੜੇ ਹੁਣ ਜੋਗੀ ਨੇ, ਸਿੱਧ ਨੇ, ਚਾਰੇ ਪਾਸੇ ਬੈਠੇ ਹੋਏ ਨੇ। ਇੱਕ ਪਾਸੇ ਨਹੀਂ, ਚਾਰੇ ਪਾਸੇ। ਤੇ ਚਾਰੇ ਪਾਸੇ ਬੈਠੇ ਹੋਏ ਕੀ ਕਰ ਰਹੇ ਨੇ ਕਿ ਆਪੋ ਆਪਣੀਆਂ ਜਿਹੜੀਆਂ ਨੇ ਵਡਿਆਈਆਂ ਕਰਾਉਣ ਵਾਸਤੇ ਫਿਰ ਕਿਸੇ ਨੇ ਧੂਣਾ ਲਾਇਆ, ਕਿਸੇ ਨੇ ਕਿਸੇ ਪ੍ਰਕਾਰ ਦੀ ਸਮਾਧੀ ਲਾਈ ਹੈ। ਇਹ ਜਿੰਨੇ ਵੀ ਜੋਗੀ ਨਾਥ ਸਭ ਉੱਥੇ ਬੈਠੇ ਨੇ। ਤੇ ਜਦੋਂ ਇਹ ਜੋਗੀ ਨਾਥ ਬੈਠ ਗਏ ਨੇ, ਸਾਰੀ ਵਿਚਾਰ ਚਰਚਾ ਹੋਈ। ਕੱਲ ਵੀ ਅਸੀਂ ਸਰਵਣ ਕੀਤੀ ਸੀ। ਤੇ ਵਿਚਾਰ ਚਰਚਾ ਤੋਂ ਬਾਅਦ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਆਪਣੇ ਮੁਖ ਤੋਂ ਪ੍ਰਸ਼ਨ ਪੁੱਛਦੇ ਨੇ, ਇਹ ਦਿਨਾਂ ਦੇ ਰੱਖਕ ਸਤਿਗੁਰੂ ਨਾਨਕ ਜੀਓ, ਹੁਣ ਸਾਨੂੰ ਵੀ ਦੱਸੋ ਜਿਹੜੇ ਵਿਚਾਰ ਤੁਸੀਂ ਇਹਨਾਂ ਲੋਕਾਂ ਨੂੰ ਦ੍ਰਿੜ ਕਰਵਾਈ ਹੈ, ਜਿਸ ਵਿਚਾਰ ਦੇ ਨਾਲ ਚੱਲ ਕੇ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ, ਸਾਨੂੰ ਵੀ ਦੱਸੋ। ਤੇ ਫਿਰ ਭਾਈ ਗੁਰਦਾਸ ਜੀ ਇਸ ਪੰਕਤੀ ਵਿੱਚ ਜ਼ਿਕਰ ਕਰ ਦਿੰਦੇ ਨੇ ਕਿ ਬਾਬਾ ਬੋਲੇ ਨਾਥ ਜੀ, ਸ਼ਬਦ ਸੁਣੋ ਸੱਚ ਮੁਖੋਂ ਅਲਾਈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਨੇ ਕਿ ਆਖਦੇ ਨੇ ਕਿ ਮੇਰੇ ਤੋਂ ਸੁਣੋ, ਇਹ ਸਾਧ ਜਦੋਂ ਇਹ ਸਾਧੂ ਤੁਸੀਂ ਸਾਰੇ ਆਣ ਕੇ ਇੱਥੇ ਬੈਠ ਗਏ ਜੇ, ਇਹ ਯੋਗ ਮਤ ਦੇ ਨਾਲ ਯੋਗ ਸਾਧਨਾ ਕਰ ਕਰਕੇ ਆਏ ਜੋਗੀਓ, ਜੋ ਮੈਂ ਆਪਣੇ ਮੁਖ ਤੋਂ ਕਹਿ ਰਿਹਾ ਹੁਣ ਇਹ ਸੁਣਨ ਦਾ ਯਤਨ ਕਰਿਓ। ਇਹ ਨਾ ਹੋਵੇ ਕਿ ਤੁਸੀਂ ਜਿਹੜਾ ਵਾ ਉਹ ਸਰਵਣ ਨਾ ਕਰੋ, ਹੁਣ ਸੁਣ ਲਓ। ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਬਾਝੋਂ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਪੁੱਛਦੇ ਜੇ ਨਾ ਕਰਾਮਾਤ ਕਰਕੇ ਵਿਖਾਓ, ਕਰਾਮਾਤ ਹੈ ਕੀ? ਕਹਿੰਦੇ ਤੁਸੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਘਰ-ਬਾਰ ਤਿਆਗ ਕੇ, ਘਰ-ਬਾਰ ਛੱਡ ਕੇ, ਪਰ ਸਾਡੇ ਕੋਲ ਸੱਚੇ ਨਾਮ ਤੋਂ ਬਗੈਰ ਜਿਹੜੀ ਆ ਉਸ ਪਰਮਾਤਮਾ ਦੇ ਨਾਮ ਤੋਂ, ਸਤਿਨਾਮ ਤੋਂ ਬਗੈਰ ਸਾਡੇ ਕੋਲ ਗੁਰੂ ਕੋਈ ਕਰਾਮਾਤ ਨਹੀਂ। ਇਹ ਨਾਥ ਜੀ, ਜਿਸ ਦਿਨ ਅਸੀਂ ਧਰਤੀ ਤੇ ਆਏ ਸਾਂ ਤੇ ਉਸ ਦਿਨ ਅਸੀਂ ਨਜ਼ਰ ਘੁਮਾ ਕੇ ਵੇਖੀ ਸੀ, ਚਾਰੇ ਪਾਸੇ ਕੂੜ ਹੀ ਕੂੜ ਸੀ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਬਾਬਾ ਦੇਖੈ ਧਿਆਨ ਕਰ, ਜਲਤੀ ਸਭ ਪ੍ਰਿਥਵੀ ਜਿਸ ਆਈ, ਬਾਝੋਂ ਗੁਰੂ ਗਬਾਰ ਹੈ ਕਰਦੀ ਸਗਲ ਲੁਕਾਈ। ਸਾਰੀ ਲੁਕਾਈ ਜਿਹੜੀ ਹੈ ਨਾ, ਹੈ ਕਰਦੀ, ਰੋਂਦੀ ਪਿੱਟਦੀ ਹੈ। ਇਹਨਾਂ ਦੇ ਕੋਲ ਸੱਚਾ ਨਾਮ ਨਹੀਂ ਹੈ, ਕਿਉਂਕਿ ਜਿਹਦੇ ਕੋਲ ਗਿਆਨ ਨਹੀਂ, ਉਹ ਗਿਆਨ ਤੋਂ ਹੀਣਾ ਮਨੁੱਖ, ਉਹ ਹੋਰਨਾਂ ਜਿਹੜੇ ਅਗਿਆਨ ਰੂਪ ਵਿੱਚ ਪਦਾਰਥ ਪਏ ਨੇ ਉਹਨਾਂ ਦੀ ਪੂਜਾ ਕਰਨ ਲੱਗ ਜਾਂਦਾ ਹੈ। ਗੁਰਬਾਣੀ ਦਾ ਬਚਨ ਪੜ੍ਹਦੇ ਹਨ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਤੇ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਕਿ ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋਂ ਨਾ ਬਾਕੀ। ਸੱਚ ਬੋਲਣ ਤੋਂ ਬਗੈਰ ਜਿਹੜੀ ਸਾਖੀ ਹੈ ਉਹ ਵੀ ਕਿਸੇ ਕੰਮ ਦੀ ਨਹੀਂ। ਨਾਮ ਤੋਂ ਬਗੈਰ ਧਰਮ ਕਿਸੇ ਥਾਂ ਦਾ ਨਹੀਂ।
ਧਿਆਨ ਲਾਉਣਾ ਧਰਮ ਦੇ ਵਿੱਚ ਵੱਜ ਕੇ, ਤੇ ਜੇ ਧਿਆਨ ਵੱਜਾ ਹੀ ਨਹੀਂ ਤੇ ਫਿਰ ਉਹ ਧਰਮ ਕਿਸੇ ਕੰਮ ਦਾ ਨਹੀਂ। ਇਹ ਸਾਧ ਜਨੋ, ਸਾਡੇ ਕੋਲ ਕੇਵਲ ਪ੍ਰਮਾਤਮਾ ਦਾ ਨਾਮ ਹੈ, ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾ ਹੀ। ਸਾਡੇ ਕੋਲ ਸੱਚੀ ਕਰਾਮਾਤ ਕੇਵਲ ਇਹ ਭਗਤ ਜਨੋ ਉਹ ਸੱਚੇ ਨਾਮ ਦੀ ਹੈ, ਹੋਰ ਸਾਡੇ ਕੋਲ ਕੋਈ ਕਰਾਮਾਤ ਨਹੀਂ ਹੈ ਜਿਹੜੀ ਤੁਸੀਂ ਆਖੋ ਕਿ ਸਾਨੂੰ ਕਰਕੇ ਵਿਖਾਓ। ਆਪ ਜੀ ਦੀ ਸਕਰੀਨ ਉੱਤੇ ਆ ਰਹੇ ਹੈ, ਬੜੇ ਧਿਆਨ ਨਾਲ ਇਸ ਪੌੜੀ ਨੂੰ ਵੇਖਣਾ ਕਰੋ। ਗੁਰੂ ਸਾਹਿਬ ਕਹਿੰਦੇ ਨੇ ਕਿ ਸੱਚੇ ਨਾਮ ਤੋਂ ਇਸ ਧਰਤੀ ਦੇ ਹੋਰ ਕੁਛ ਨਹੀਂ ਹੈ। ਇਹ ਸਾਰੀ ਜਿੰਨੀ ਵੀ ਧਰਤੀ ਹੈ ਸਭ ਸੱਚੇ ਨਾਮ ਦੀ ਪੈਦਾ ਕੀਤੀ ਹੋਈ ਹੈ, ਤੇ ਉਸ ਸੱਚੇ ਨਾਮ ਤੋਂ ਬਗੈਰ ਇਸ ਧਰਤੀ ਤੇ ਕੁਛ ਨਹੀਂ ਹੈਗਾ। ਫਿਰ ਸਤਿਗੁਰੂ ਜੀ ਇਹ ਕਹਿੰਦੇ ਨੇ ਕਿ ਸਾਡੇ ਕੋਲ ਕੇਵਲ ਕਰਾਮਾਤ ਹੈ ਤੇ ਪ੍ਰਮਾਤਮਾ ਦੇ ਨਾਮ ਦੀ। ਫਿਰ ਨਾਲ ਹੀ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਬਸਤਰ ਪਹਿਰੋ ਅਗਨ ਕੈ, ਬਰਫ ਹਿਮਾਲੇ ਮੰਦਰ ਛਾਈ। ਕਿਉਂਕਿ ਇਹ ਪੌੜੀ ਬੜੀ ਔਖੀ ਹੈ, ਧਿਆਨ ਨਾਲ ਇਹਦੇ ਇੱਕ ਇੱਕ ਸ਼ਬਦ ਸਰਵਣ ਕਰਿਓ ਜੇ। ਕਿ ਇੱਕ ਭਗਵੰਤ ਜਿਹੜਾ ਭਗਵਾਨ ਹੈ ਨਾ, ਜਿਹੜਾ ਇਸ ਧਰਤੀ ਤੇ ਪਸਰਿਆ ਹੋਇਆ ਨਾ, ਉਹਦੇ ਨਾਮ ਰੂਪੀ ਜਿਹੜਾ ਵਾ ਉਹਨੂੰ ਨਾਮ ਨੂੰ ਆਪਣੇ ਹਿਰਦੇ ਅੰਦਰ ਕਰ। ਕਿਉਂਕਿ ਤੇਰੇ ਅੰਦਰ ਜਿਹੜੀ ਅੱਗ ਹੈ ਨਾ ਉਹ ਵਿਕਾਰਾਂ ਦੀ ਹੈ, ਤੇ ਅੱਗ ਨੂੰ ਮਿਟਾਉਣ ਵਾਸਤੇ ਜਿਹੜਾ ਵਾ ਫਿਰ ਪ੍ਰਮਾਤਮਾ ਦਾ ਨਾਮ ਸਿਮਰ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਭਾਈ ਆਪਣੇ ਹਿਰਦੇ ਘਰ ਵਿੱਚ ਹਿਮਾਲਿਆ ਦੀ ਜਿਹੜੀ ਬਰਫ਼ ਹੈ ਨਾ ਉਹਦੀ ਛਾਂ ਕਰ, ਕਿਉਂਕਿ ਤੈਨੂੰ ਅੱਗ ਸਾੜ ਰਹੀ ਹੈ। ਕੱਪੜੇ ਤੂੰ ਅੱਗ ਦੇ ਪਹਿਨੇ ਹੋਏ ਨੇ ਤੇ ਲੋਕਾਂ ਵਿੱਚ ਧਰਮ ਦਾ ਪ੍ਰਚਾਰ ਕਰਦਾ ਫਿਰਦਾ, ਇਹਦਾ ਲਾਭ ਕੋਈ ਨਹੀਂ। ਲੋਕਾਂ ਨੂੰ ਇਸ ਅੱਗ ਦਾ ਸੇਕ ਲੱਗਦਾ ਪਿਆ, ਇਸ ਸੇਕ ਦੇ ਨਾਲ ਲੋਕ ਸੜਦੇ ਪਏ ਨੇ, ਕੁਰਲਾਉਂਦੇ ਪਏ ਨੇ, ਲੋਕ ਡਰਦੇ ਨੇ, ਤੁਹਾਨੂੰ ਨਮਸਕਾਰ ਕਰਦੇ ਨੇ। ਤੁਹਾਡੇ ਕੋਲ ਐਸੀ ਜੁਗਤ ਹੋਣੀ ਚਾਹੀਦੀ ਹੈ ਜਿਸ ਜੁਗਤ ਦੇ ਨਾਲ ਲੋਕ ਪਰਮਾਤਮਾ ਦੇ ਲੜ ਲੱਗਣ, ਤੁਹਾਨੂੰ ਨਮਸਕਾਰ ਕਰਨ ਕਿ ਤੁਸੀਂ ਧੰਨ ਜੇ ਜਿਨ੍ਹਾਂ ਨੇ ਆਣ ਕੇ ਆਪ ਵੀ ਜਪਿਆ ਤੇ ਹੋਰਨਾਂ ਨੂੰ ਵੀ ਜਪਾ ਰਹੇ ਜੇ। ਪਰ ਲੋਕ ਤੇ ਤੁਹਾਡੇ ਤੋਂ ਡਰਦੇ ਨੇ, ਲੋਕ ਤੇ ਥੜਾ ਕੰਮਦੇ ਫਿਰਦੇ ਨੇ ਕਿ ਇਹਨਾਂ ਜੋਗੀਆਂ ਦਾ ਪਤਾ ਨਹੀਂ ਕਦੋਂ ਸਾਡੇ ਉੱਤੇ ਕੋਈ ਵਿਪਤਾ ਆਣ ਪਾਉਣੀ ਹੈ। ਇਸ ਕਰਕੇ ਡਰਦੇ ਹੋਏ ਤੁਹਾਨੂੰ ਨਮਸਕਾਰ ਕਰਦੇ ਨੇ। ਆਪਣੇ ਅੰਦਰ ਜਿਹੜੇ ਪਹਿਰੇ ਹੋਏ ਜਿਹੜੇ ਕੱਪੜੇ ਨੇ ਅੱਗ ਦੇ, ਇਹਨਾਂ ਨੂੰ ਛੱਡੋ ਤੇ ਬਰਫ਼ ਹਿਮਾਲੇ ਭਾਵ ਆਪਣੇ ਅੰਦਰ ਐਨ ਸ਼ੀਤਲ ਕਰਕੇ ਰੱਖੋ, ਜਿਹਦੇ ਨਾਲ ਜਿਹੜਾ ਵਾ ਲੋਕ ਤੁਹਾਨੂੰ ਸਲਾਹੁਣ। ਕਰੇ ਰਸੋਈ ਸਾਰਦੀ ਸਗਲੀ ਧਰਤੀ ਨੱਥ ਚਲਾਈ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਰਸੋਈ ਹੈ ਇਹਨੂੰ ਲੋਹੇ ਦੀ ਬਣਾ, ਪੱਕੀ ਮਜ਼ਬੂਤ। ਇਹ ਸਾਰੀ ਧਰਤੀ ਨੂੰ ਨੱਥ ਭਾਵ ਨੱਥ ਪਾ ਕੇ ਆਪਣੇ ਵਿਕਾਰਾਂ ਨੂੰ ਬੰਨ੍ਹ ਕੇ ਰੱਖ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ, ਏਵੜ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ। ਹੁਣ ਇੱਥੇ ਨਾ ਜਿਹੜੇ ਜੋਗੀਆਂ ਨੇ ਕਰਮ ਕੀਤੇ ਆ ਨਾ, ਉਹਨਾਂ ਦੇ ਬਾਬਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਨਾਲ ਸਮਝਾ ਰਹੇ ਨੇ ਕਿ ਤੁਸੀਂ ਸੱਪ ਦੀ ਤਰ੍ਹਾਂ ਜਿੱਦਾਂ ਅੱਗ ਕੱਢ ਕੇ ਵਿਖਾਈ, ਪਿਛਲੀ ਪੌੜੀ 'ਚ ਪੜ੍ਹਿਆ, ਅੱਗ ਰੂਪੀ ਕੱਪੜੇ ਪਹਿਨੇ ਨੇ, ਹਿਮਾਲਿਆ ਦੀ ਪਰਬਤ ਉੱਤੇ ਜਾ ਕੇ ਤੁਸੀਂ ਠੰਡਾ ਝੱਲਦੇ ਜੇ, ਬੜਾ ਕੁਝ ਤੁਸੀਂ ਕਰਦੇ ਜੇ, ਪਰ ਤੁਹਾਡੇ ਅੰਦਰ ਕੁਛ ਨਹੀਂ ਹੈ। ਤੁਸੀਂ ਆਪਣੀ ਰਸੋਈ ਭਾਵੇਂ ਲੋਹੇ ਦੀ ਬਣਾ ਲਓ, ਧਰਤੀ ਨੂੰ ਨੱਥ ਪਾ ਲਓ। ਫਿਰ ਸਤਿਗੁਰੂ ਜੀ ਕਹਿੰਦੇ ਨੇ ਇੰਨਾ ਵੱਡਾ ਵਿਸਤਾਰ ਕਰ ਲਓ, ਧਰਤੀ ਨੂੰ ਹਿੱਕੀ ਜਾਓ, ਤੁਰੀ ਚੱਲੇ ਜਾਓ। ਤੇ ਤੋਲੀ ਧਰਤ ਆਕਾਸ਼ ਦੇ ਪਿੱਛੇ ਛਾਬੇ ਟੰਕ ਚੜਾਈ। ਕਹਿੰਦੇ ਇਸ ਧਰਤੀ ਨੂੰ ਤੇ ਆਕਾਸ਼ ਨੂੰ ਤੁਸੀਂ ਇੱਕ ਛਾਬੇ ਵਿੱਚ ਪਾ ਕੇ ਟੰਕ ਭਾਵ ਵੱਟਾ, ਵੱਟੇ ਦੇ ਨਾਲ ਤੋਲ ਲਵੋ।
ਇਹ ਬਲ ਰੱਖਾਂ ਆਪ ਵਿੱਚ ਜਿਸ ਆਖਾਂ ਤਿਸ ਪਾਸ ਕਰਾਈ। ਕਹਿੰਦਾ ਇੰਨਾ ਬਲ ਮੈਂ ਰੱਖਾਂ ਆਪਣੇ ਵਿੱਚ ਕਿ ਜਿਸ ਨੂੰ ਆਖਾਂ ਉਸ ਕੋਲੋਂ ਹੀ ਜੋ ਚਾਹਾਂ ਕਰਵਾ ਲਵਾਂ। ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਦੀ ਉਸਤਤ ਕਰਦੇ ਪਏ ਨੇ, ਸਤਿਨਾਮ ਦੀ। ਮੈਂ ਆਪ ਜੀ ਨੂੰ ਫਿਰ ਦੱਸਾਂ ਕਿ ਗੁਰੂ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਪਏ ਨੇ ਤੇ ਕਹਿੰਦੇ ਪਏ ਨੇ, ਜੋਗੀਓ ਤੁਸੀਂ ਸਮਝਦੇ ਕਿ ਸਾਡੇ ਕੋਲ ਸਭ ਕੁਝ, ਤੁਸੀਂ ਚਾਹੋ ਤੇ ਸਾਰੀ ਧਰਤੀ ਨੂੰ ਅੱਗੇ ਲਾ ਲਓ, ਹਿੱਕ ਲਓ, ਨੱਥ ਪਾ ਲਓ, ਇਹਨੂੰ ਬੰਨ੍ਹ ਲਓ, ਪਰ ਉਹ ਨਿਰਲੇਪ ਪ੍ਰਮਾਤਮਾ ਵਾਹਿਗੁਰੂ ਜਿਹਦਾ ਨਾਮ ਸੱਚਾ ਹੈ, ਸਦੀਵੀ ਆਉਣ ਵਾਲਾ, ਜਿਹੜਾ ਡਰਦਾ ਨਹੀਂ। ਅਸੀਂ ਪੜ੍ਹਦੇ ਹਾਂ ਨਾ ਮੂਲ ਮੰਤਰ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ। ਇਹ ਭਾਈ ਉਹ ਨਿਰਭਉ ਨਿਰਵੈਰ ਜਿਹੜਾ ਹੈ, ਜਿਹੜਾ ਸੈਭੰ ਹੈ, ਆਪਣੇ ਆਪ ਨੂੰ ਪ੍ਰਕਾਸ਼ਮਾਨ ਹੋਇਆ, ਜਿਹੜਾ ਤੁਸੀਂ ਆਖਦੇ ਜੇ ਕਿ ਸਾਡੇ ਵੱਸ ਸਭ ਕੁਝ, ਅਸੀਂ ਜੋ ਚਾਹੀਏ ਕਰ ਲਵਾਂਗੇ। ਇਹ ਸਭ ਕੁਝ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਅਸਮਾਨ ਦੇ ਵਿੱਚ ਬੱਦਲ ਚੜਿਆ ਨਾ, ਬੱਦਲ, ਤੇ ਬੱਦਲ ਦਾ ਕੀ ਪਤਾ ਕਦੋਂ ਚਲੇ ਜਾਣਾ, ਕਦੋਂ ਬੱਦਲ ਨੇ ਜਿਹੜਾ ਵਾ ਉਹ ਅਸਮਾਨ ਦੇ ਵਿੱਚੋਂ ਪਰੇ ਹਟ ਜਾਣਾ। ਗੁਰੂ ਸਾਹਿਬ ਕਹਿੰਦੇ ਨੇ ਕਰਾਮਾਤਾਂ ਜਿਹੜੀਆਂ ਤੁਸੀਂ ਸਾਹਮਣੇ ਰੱਖੀਆਂ ਨੇ ਨਾ, ਇਹ ਸਾਡੇ ਕੋਲ ਐਸੀਆਂ ਕਰਾਮਾਤਾਂ ਨੇ ਜਿਹੜੀਆਂ ਵਿਖਾਉਣ ਦੇ ਨਾਲ ਲੋਕ ਡਰਨ, ਜਿਹਦੇ ਨਾਲ ਅੰਦਰ ਅਹੰਕਾਰ ਪ੍ਰਬਲ ਹੋਵੇ, ਅਸੀਂ ਆਖੀਏ ਕਿ ਸਾਡੇ ਵਰਗਾ ਹੋਰ ਕੋਈ ਨਹੀਂ, ਜਿਹਦੇ ਨਾਲ ਸਾਡੇ ਅੰਦਰ ਇਹ ਪੈਦਾ ਹੋ ਜਾਵੇ ਕਿ ਸਾਡੇ ਵਰਗਾ ਹੋਰ ਕੋਈ ਨਹੀਂ, ਸਾਡੇ ਕੋਲ ਐਸੀ ਕਰਾਮਾਤ ਕੋਈ ਨਹੀਂ, ਸਾਡੇ ਕੋਲ ਇੱਕ ਸੱਚਾ ਨਾਮ ਹੈ ਜਿਹੜਾ ਅਸੀਂ ਜਪਦੇ ਹਾਂ ਤੇ ਹੋਰਨਾਂ ਨੂੰ ਵੀ ਜਪਾਉਂਦੇ ਹਾਂ, ਤੇ ਇਹਦੇ ਬਦਲੇ ਅਸੀਂ ਮੰਗਦੇ ਵੀ ਕੁਛ ਨਹੀਂ। ਤੇ ਤੁਸੀਂ ਆਖਦੇ ਜੇ ਕਿ ਆਹ ਸਭ ਕੁਝ ਸਾਡੇ ਜੋ ਹੱਥ ਵੱਸ ਹੈ, ਜੋ ਤੁਸੀਂ ਕਰਾਮਾਤਾਂ ਕਰ ਕਰ ਵਿਖਾਈਆਂ, ਵਾਹਿਗੁਰੂ ਇਹ ਸਭ ਅਸੀਂ ਆਪ ਹਾਸਲ ਕੀਤੀਆਂ ਨੇ, ਅਸੀਂ ਤਪੱਸਿਆ ਕੀਤੀ ਹੈ, ਸਾਧਨਾ ਸਾਧੀਆਂ ਨੇ। ਇਹ ਇੰਨੀਆਂ ਸਾਧਨਾ ਸਾਧਾਂ ਦੇ ਨਾਲ ਤੇ ਅਖੀਰ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰੀਆਂ ਕਰਾਮਾਤਾਂ ਇਉਂ ਨੇ ਜਿਵੇਂ ਆਸਮਾਨ ਦੇ ਵਿੱਚ ਛਾਇਆ ਹੋਇਆ ਬੱਦਲ ਹੈ, ਸਤਿਨਾਮ ਬਿਨ ਬਾਦਰਸ਼ਾਹੀ। ਜਿਸ ਤਰ੍ਹਾਂ ਆਸਮਾਨ ਵਿੱਚ ਬੱਦਲ ਛਾਇਆ ਹੋਇਆ, ਉਹਦਾ ਪਤਾ ਨਹੀਂ ਕਦੋਂ ਪਰੇ ਚਲੇ ਜਾਣਾ, ਆ ਗਿਆ ਵਰ ਗਿਆ, ਵਰ ਗਿਆ ਨਹੀਂ ਤੇ ਕਈ ਵਾਰ ਉਸੇ ਤਰ੍ਹਾਂ ਹੀ ਚਲਾ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੱਕ ਉਸ ਸਤਿਨਾਮ ਦੀ ਕਿਰਪਾ ਨਹੀਂ ਨਾ, ਸਤਿਨਾਮ ਤੋਂ ਬਗੈਰ ਇਹ ਸਾਰੀਆਂ ਕਰਾਮਾਤਾਂ ਜਿਹੜੀਆਂ ਨੇ ਸਦੀਵੀ ਹੋਣ ਵਾਲੇ ਪ੍ਰਮਾਤਮਾ ਤੋਂ ਬਗੈਰ ਆਉਂਗਾ ਜਿੱਦਾਂ ਬੱਦਲ ਦੀਆਂ ਛਾਵਾਂ। ਹੁਣ ਤੁਸੀਂ ਕੀ ਕੁਝ ਨਹੀਂ ਕੀਤਾ, ਅਸੀਂ ਇੱਥੇ ਅਚਲ ਬਟਾਲੇ ਆਏ ਆ, ਤੁਸੀਂ ਕੀ ਕੁਝ ਨਹੀਂ ਕੀਤਾ, ਸਾਰੀਆਂ ਕਰਾਮਾਤਾਂ ਵਿਖਾਈਆਂ, ਇੱਥੇ ਆਏ ਹੋਏ ਲੋਕਾਂ ਨੂੰ ਡਰਾਉਣ ਦਾ ਯਤਨ ਕੀਤਾ, ਇੱਥੋਂ ਤੱਕ ਕਿ ਸਾਨੂੰ ਹਰਾਉਣ ਦਾ ਵੀ ਯਤਨ ਕੀਤਾ, ਪਰ ਇਹ ਉਸ ਬੱਦਲ ਦੀ ਤਰ੍ਹਾਂ ਨੇ ਜਿਸ ਤਰ੍ਹਾਂ ਆਸਮਾਨ ਵਿੱਚ ਬੱਦਲ ਤੇ ਹੈ, ਕੇਵਲ ਉਹ ਛਾਂ ਦੇ ਰਿਹਾ ਪਰ ਉਹਦਾ ਮੀਂਹ ਨਹੀਂ ਪੈ ਰਿਹਾ। ਇਹ ਤੁਹਾਡੀਆਂ ਕਰਾਮਾਤਾਂ ਵੀ ਇਸੇ ਪ੍ਰਕਾਰ ਦੀਆਂ ਨੇ ਕਿ ਆਸਮਾਨ ਵਿੱਚ ਇਹ ਬੱਦਲ ਕਰਾਮਾਤਾਂ ਦਾ ਤੁਹਾਡੇ ਸਿਰ ਰੂਪੀ ਆਸਮਾਨ ਉੱਤੇ ਤੇ ਦਿਖ ਰਿਹਾ, ਪਰ ਇਹਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਮੀਂਹ ਹੈ ਉਹਦਾ ਇੱਕ ਵੀ ਬੂੰਦ ਨਹੀਂ, ਵਿਅਰਥ ਨੇ। ਲੋਕ ਆ ਰਹੇ ਨੇ, ਡਰਦੇ ਆ ਰਹੇ ਨੇ ਤੁਹਾਡੇ ਕੋਲੋਂ, ਪਰ ਇੱਧਰ ਸਤਿਨਾਮ ਦਾ ਪ੍ਰਤਾਪ ਹੈ, ਇਹਨਾਂ ਦਾ ਇਹ ਡਰ ਲੱਥ ਗਿਆ। ਤੁਹਾਡੇ ਕੋਲ ਹੁਣ ਜਿਹੜੀਆਂ ਕਰਾਮਾਤਾਂ ਨੇ ਕੇਵਲ ਇੱਕ ਬੱਦਲ ਦੀ ਛਾਂ ਦੀ ਤਰ੍ਹਾਂ ਨੇ, ਤੁਸੀਂ ਇਹਨਾਂ ਨੂੰ ਕਰਾਮਾਤਾਂ ਨੂੰ ਛੱਡ ਕੇ ਤੇ ਸਤਿਨਾਮ ਦੇ ਨਾਲ ਜੁੜੋ, ਕਿਉਂਕਿ ਜਿੱਥੇ ਸਤਿਨਾਮ ਹੈ, ਜਿਹੜਾ ਮਨੁੱਖ ਸਤਿਨਾਮ ਦੀ ਆਰਾਧਨਾ ਕਰਦਾ ਏ, ਉਹਦਾ ਹਲਤ ਪਲਤ ਸਭ ਕੁਝ ਸਵਾਰਿਆ ਜਾਂਦਾ ਹੈ। ਗੁਰੂ ਸਾਹਿਬ ਦਾ ਵਚਨ ਹੈ, ਗੁਰੂ ਸਾਹਿਬ ਆਪ ਵੀ ਇਹ ਗੱਲ ਆਖਦੇ ਨੇ ਕਿ ਹੇ ਭਲਿਆ, ਪਰਮਾਤਮਾ ਦਾ ਨਾਮ ਜਪ ਮਨ ਸਤਿਨਾਮ, ਸਦਾ ਸਤਿਨਾਮ ਜਪਣ ਦੇ ਨਾਲ ਹੋਏਗਾ ਕਿ ਹਲਤ ਪਲਤ ਮੁਕਤ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨ। ਜਿਹੜਾ ਉਸ ਸਤਿਨਾਮ ਨੂੰ ਧਿਆਉਂਦਾ ਏ
ਉਹਦਾ ਹਲਤ ਤੇ ਪਲਤ ਸਵਾਰੇ ਜਾਂਦੇ ਨੇ, ਉਹਦੇ ਦੋਵੇਂ ਕਾਜ ਸੰਪੂਰਨ ਹੋ ਜਾਂਦੇ ਨੇ। ਇਸ ਕਰਕੇ ਇਹ ਭਾਈ ਸਤਨਾਮ ਜਿਹੜਾ ਏ ਉਹਨੂੰ ਸਿਮਰ। ਸਤਨਾਮ ਜਿਹੜਾ ਵਾ ਇਹ ਅਕਾਲ ਪੁਰਖ ਦਾ ਸਭ ਤੋਂ ਉੱਤਮ ਨਿਸ਼ਾਨ ਹੈ। ਸਦੀਵੀ ਹੋਂਦ ਵਾਲਾ, ਭਾਵ ਉਹ ਸਦੀਵੀ ਹੋਂਦ ਵਾਲਾ ਹੈ। ਇੱਕ ਹੋਰ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਸਤ ਕਰਤਾ ਪੁਰਖ ਨਿਰਭਉ ਹੋਏ, ਨਿਰਵੈਰ ਸਦਾਇਆ, ਅਕਾਲ ਮੂਰਤ ਪ੍ਰਤੱਖ ਸੋਏ, ਨਉ ਅਜੂਨੀ ਸਹਿ ਭੰਗ ਭਾਇਆ, ਗੁਰ ਪ੍ਰਸਾਦ ਸੋ ਆਦ ਸੱਚ, ਜੁਗਹਿ ਜੁਗੰਤਰ ਹੁੰਦਾ ਆਇਆ, ਹੈ ਪੀਓ ਸੀ ਸੱਚ ਨਾਉ, ਸੱਚ ਦਰਸ਼ਨ ਸਤਿਗੁਰੂ ਦਿਖਾਇਆ, ਸ਼ਬਦ ਸੁਰਤ ਲਿਵ ਲੀਨ ਹੋਏ, ਗੁਰ ਚੇਲਾ ਪਰਚਾ ਪਰਚਾਇਆ, ਗੁਰ ਚੇਲਾ ਰਹਿ ਰਾਤ ਕਰ 20-21 ਚੜਾਓ ਚੜਾਇਆ, ਗੁਰਮੁਖ ਸੁਖ ਫਲ ਅਲਖ ਲਖਾਇਆ, ਗੁਰਮੁਖ ਸੁਖ ਫਲ ਅਲਖ ਲਖਾਇਆ। ਭਾਈ ਜਿਹੜਾ ਗੁਰੂ ਵੱਲ ਨੂੰ ਮੁਖ ਕਰ ਲੈਂਦਾ ਉਹਨੂੰ ਇਹ ਸਤਨਾਮ ਮਿਲਦਾ ਏ। ਤੇ ਗੁਰੂ, ਮੈਂ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਵਿੱਚ ਜ਼ਿਕਰ ਕਰ ਦਿੱਤਾ ਕਿ ਸਾਡਾ ਗੁਰੂ ਹੈ ਸ਼ਬਦ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸਮਝ ਤਾਂ ਆਵੇਗੀ ਜਦੋਂ ਅਸੀਂ ਆਪਣੀ ਸੁਰਤ ਨੂੰ ਸ਼ਬਦ ਦਾ ਚੇਲਾ ਬਣਾ ਲਵਾਂਗੇ, ਸ਼ਬਦ ਨੂੰ ਗੁਰੂ ਬਣਾ ਲਈਏ, ਆਪਣੀ ਸੁਰਤ ਨੂੰ ਸ਼ਬਦ ਦਾ ਚੇਲਾ ਬਣਾ ਦਈਏ। ਇਸ ਧਰਤੀ ਦੇ ਉੱਤੇ ਐਸੀ ਕੋਈ ਤਾਕਤ ਨਹੀਂ ਜਿਹੜੀ ਤੁਹਾਨੂੰ ਡਲਾ ਸਕੇ, ਜਿਹੜੀ ਤੁਹਾਨੂੰ ਜਿਹੜਾ ਵਾ ਉਹ ਇਸ ਧਰਤੀ ਦੇ ਉੱਤੇ ਕੋਈ ਦੁੱਖ ਤੁਹਾਨੂੰ ਪਵੇ ਤੇ ਉਹ ਬਚਾਏ ਨਾ। ਐਸੀ ਕੋਈ ਵੀ ਗੱਲ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਇਹ ਭਾਈ ਉਸ ਸਤਨਾਮ ਦਾ ਸਿਮਰਨ ਕਰ, ਸਤਨਾਮ ਦਾ ਜਾਪ ਕਰ। ਇਸ ਧਰਤੀ ਦੇ ਉੱਤੇ ਹਲਤ ਸੁਖ ਪਲਤ ਸੁਖ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਹਲਤ ਤੇ ਪਲਤ ਵਿੱਚ ਸੁੱਖ ਹੀ ਸੁੱਖ ਪ੍ਰਾਪਤ ਹੋ ਜਾਣਗੇ ਜਦੋਂ ਤੂੰ ਉਸ ਨਿਰੰਕਾਰ ਨੂੰ, ਪ੍ਰਮਾਤਮਾ ਨੂੰ ਧਿਆਏਗਾ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਆਪ ਜੀ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀਆਂ ਵਡਿਆਈ ਦੇ ਵਿੱਚ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਵਾਰਾਂ ਦੇ ਵਿੱਚੋਂ ਅਸੀਂ ਜਿਹੜੀ ਆ ਉਹ 43ਵੀਂ ਪੌੜੀ ਅਸੀਂ ਪੜ੍ਹੀ ਹੈ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੁਰਬ ਮਨਾਉਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਉਚਾਰਨ ਕੀਤੀ ਹੋਈ ਬਾਣੀ ਹੈ, ਜੋ ਉਹਨਾਂ ਦਾ ਮਿਸ਼ਨ ਹੈ, ਜਿਹੜੇ ਸਿਧਾਂਤ ਬਖਸ਼ੇ ਨੇ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਉਹਨਾਂ ਸਿਧਾਂਤਾਂ ਨੂੰ ਫੋਲੋ ਕਰੀਏ, ਉਹਨਾਂ ਦੇ ਉੱਤੇ ਚੱਲੀਏ। ਭਾਈ ਗੁਰਦਾਸ ਜੀ ਦੀ ਤਰ੍ਹਾਂ ਜੋ ਹੋਰ ਬਾਕੀ ਸਭ ਕਰਮ ਕਾਂਡ ਨੇ ਜਿਹੜੇ ਭਾਈ ਗੁਰਦਾਸ ਜੀ ਨੇ ਦਰਸਾਏ, ਉਹ ਛੱਡ ਕੇ, ਲੋਕ ਵਿਖਾਵਾ ਛੱਡ ਕੇ ਤੇ ਸਦਾ ਸਤਨਾਮ ਦੇ ਵਿੱਚ ਜੁੜ ਕੇ ਉਸ ਬਾਣੀ ਨੂੰ ਧਾਰਨ ਕਰਕੇ ਉਹਦੇ ਵਿੱਚ ਲਿਵਲੀਨ ਹੋਈਏ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਨੂੰ ਐਤਵਾਰ ਹੈ, ਹੋ ਸਕਦਾ ਕਿ ਇਸ ਟਾਈਮ ਦੀ ਜਿਹੜੀ ਕਲਾਸ ਹੈ, ਸ਼ਾਇਦ ਮੈਂ ਆਪ ਜੀ ਨੂੰ ਕਨਫਰਮ ਨਹੀਂ ਕਰਦਾ ਕਿ ਨਾ ਹੋਵੇ, ਪਰ ਆਪਾਂ ਸੋਮਵਾਰ ਦੀ ਜਿਹੜੀ ਕਲਾਸ ਹੈ ਇਸ ਸਮੇਂ ਦੀ, ਉਹ ਅਸੀਂ ਜਿਹੜੀ ਆ ਉਹ ਕਲਾਸ ਨਹੀਂ ਲਾਵਾਂਗੇ, ਕਿਉਂਕਿ 30 ਤਰੀਕ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ, ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਸਮੁੱਚੀ ਸਿੱਖ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾ ਰਹੀ ਹੈ। ਉੱਥੇ ਬੜੌਦੇ ਦੀ ਸਿੱਖ ਸੰਗਤ ਵੱਲੋਂ ਵੀ ਇਹ ਜਿਹੜਾ ਵਾ ਮਨਾਇਆ ਜਾ ਰਿਹਾ ਹੈ। ਸੋ ਇਸ ਕਰਕੇ ਉਸ ਦਿਨ ਅਸੀਂ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਲਵਾ ਕੇ ਆਪਣੇ ਜਿਹੜੇ ਆ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇਸ ਕਰਕੇ ਸੋਮਵਾਰ ਦੀ ਜਿਹੜੀ ਕਲਾਸ ਹੈ ਉਹ ਇਸ ਟਾਈਮ ਵਾਲੀ ਜਿਹੜੀ ਉਹ ਨਹੀਂ ਹੋਵੇਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਦੀ ਖਿਮਾ। ਜੇ ਕਿਸੇ ਦਾ ਕੋਈ ਅੱਜ ਦੀ ਕਲਾਸ ਬਾਬਤ ਸਵਾਲ ਹੋਵੇ ਤੇ ਮੈਂ ਆਪ ਜੀ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦਿੰਦਾ। ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਕੇਵਲ ਕਲਾਸ ਦੇ ਬਾਬਤ, ਕਿਉਂਕਿ ਅਸੀਂ ਗੁਰਮਤਿ ਦੀ ਕਲਾਸ ਵਿੱਚ ਜੁੜੇ ਹਾਂ, ਤੇ ਕੇਵਲ ਕਲਾਸ ਦੇ ਬਾਬਤ ਕੋਈ ਸਵਾਲ ਹੋਵੇ ਅੱਜ ਦੇ ਮੈਟਰ ਦੇ ਉੱਤੇ ਤੇ ਸਾਡੇ ਨਾਲ ਸਾਂਝ ਪਾਣਾ ਸਕਦੇ ਜੀ। ਹਾਂਜੀ, ਵਾਹਿਗੁਰੂ ਜੀ।
ਠੀਕ ਆ ਜੀ, ਵਾਹਿਗੁਰੂ ਜੀ। ਇੱਥੇ ਹੀ ਸਮਾਪਤੀ ਕਰੀਏ। ਸਾਰੀ ਸੰਗਤ ਅਖੀਰ ਵਿੱਚ ਗੁਰਫਤਿਹ ਨਾਲ ਸਾਂਝ ਬਣਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਦੀ ਦੀ ਫਤਿਹ। ਫਤਿਹ।